ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ਼। ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ਼। ਮੇਰੇ ਮੀਤ ਗੁਰਦੇਵ ਮੋਕੋ, RAM ਨਾਮ ਪ੍ਰਗਾਸ਼। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ਼। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪ੍ਰਗਾਸ਼। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪ੍ਰਗਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਨ ਹਾਰ। ਜਾਂ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ। ਜਾਂ ਕੈ ਸਿਮਰਨ ਉਧਰੀਐ, ਨਾਨਕ ਤਿਸ ਬਲਿਹਾਰ। ਸਾਹਿਬੇ ਕਮਾਲ, ਪਾਤਸ਼ਾਹਾਂ ਦੇ ਪਾਤਸ਼ਾਹ, ਗੁਰੂ ਗਰੀਬ ਨਿਵਾਜ਼, ਭਗਤ ਵਛਲ,
ਦੀਨ ਕੇ ਦਇਆਲ ਮਾਧੋ। ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਨਬੀਆਂ ਦੇ ਨਬੀ, ਸ਼ਾਹਾਂ ਦੇ ਸ਼ਾਹ, ਸਿਰ ਸ਼ਾਹਾਂ ਪਾਤਸ਼ਾਹ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਚਵਰ ਤਖਤ ਦੇ ਮਾਲਕ, ਖੰਡਾਂ ਬ੍ਰਹਮੰਡਾਂ ਵਿੱਚ ਬਿਰਾਜਮਾਨ, ਅਕਾਲ ਪੁਰਖ ਜੀ ਦਾ ਸ਼ਬਦ ਸਰੂਪ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਗੱਜ ਵੱਜ ਕੇ ਫਤਿਹ ਦੀ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ। ਸਤਿਗੁਰਾਂ ਦਾ ਪਾਵਨ ਫਰਮਾਨ, ਜਿਸ ਫਰਮਾਨ ਨੂੰ ਮੰਨਦਿਆਂ, ਸਤਿਗੁਰਾਂ ਦੇ ਹੁਕਮ ਬਜਾਉਂਦਿਆਂ ਆਪ ਗੁਰੂ ਚਰਨਾਂ ਵਿੱਚ ਆ ਜੁੜੇ ਹੋ। ਤੁਹਾਡੀਆਂ ਅਸੀਸਾਂ ਅਤੇ ਮਿਹਰਾਂ ਸਦਕਾ ਦਾਸਰਿਆਂ ਨੂੰ ਜਿੱਥੇ ਤੁਹਾਡੇ ਦੀਦਾਰ ਕਰਨ ਦਾ, ਚਰਨ ਧੂੜੀ ਪ੍ਰਾਪਤ ਕਰਨ ਦਾ ਸਮਾਂ ਪ੍ਰਾਪਤ ਹੋਇਆ, ਉੱਥੇ ਹੀ ਗੁਰ ਸ਼ਬਦ ਦੀ ਵਿਚਾਰ ਆਪ ਸਾਰਿਆਂ ਨੇ ਸਤਿਗੁਰਾਂ ਦੀ ਮਹਿਰਾਮਤ ਸਦਕਾ ਸਰਵਣ ਕਰਨੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਲੜੀਵਾਰ ਵਿਚਾਰ ਦੇ ਵਿੱਚ ਗੁਰਦੇਵ ਦਾਤਾ ਜੀ ਅੱਜ ਸੋਦਰ ਦੀ ਪਵਿੱਤਰ ਬਾਣੀ ਵਿੱਚੋਂ ਮੇਰੇ ਸੋਢੀ ਸੁਲਤਾਨ ਪਿਤਾ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਮਿੱਠੇ ਬਚਨ, ਜੋ ਸਤਿਗੁਰਾਂ ਨੇ ਗੁਜਰੀ ਰਾਗ ਦੇ ਵਿੱਚ ਉਚਾਰਨ ਕੀਤੇ, ਤਿਨਾਂ ਦੀ ਆਪ ਵਿਚਾਰ ਸਰਵਣ ਕਰਨ ਲਈ ਆ ਜੁੜੇ ਹੋ। ਸਤਿਗੁਰੂ ਆਪ ਕਿਰਪਾ ਕਰਨ, ਤਿਨਾਂ ਦੀ ਅਸੀਸ ਅਤੇ ਛੜੀ ਸਦਕਾ, ਕਿਰਪਾ ਸਦਕਾ, ਪਿਆਰ ਭਰੀ ਨਦਰ ਸਦਕਾ ਗੁਰੂ ਸਾਹਿਬ ਆਪਣੇ ਦਰ ਘਰ ਦੀ ਸੇਵਾ ਲੈਣ। ਸਤ ਸੰਗੀਓ, ਇਹ ਪਾਵਨ ਪਵਿੱਤਰ ਬਾਣੀ ਦਾ ਸ਼ਬਦ ਗੁਰੂ ਕੇ ਸਿੱਖ ਨਿਤਾ ਪ੍ਰਤੀ ਸੋਦਰ ਦੀ ਬਾਣੀ ਵਿੱਚ ਪੜ੍ਹਿਆ ਕਰਦੇ ਨੇ। ਬਹੁਤਾਤ ਸਿੱਖਾਂ ਨੂੰ ਇਹ ਬਚਨ ਕੰਠ ਹੋਣਗੇ। ਕਈ ਇਤਿਹਾਸਕਾਰਾਂ ਨੇ ਇਸ ਸ਼ਬਦ ਦੇ ਨਾਲ ਇੱਕ ਸਾਖੀ ਜੋੜ ਦਿੱਤੀ। ਕਈ ਇਤਿਹਾਸਕਾਰ ਇਸ ਤਰ੍ਹਾਂ ਵੀ ਆਖਦੇ ਨੇ, ਕਈ ਵਿਦਵਾਨਾਂ ਪਾਸੋਂ ਇਹ ਬਚਨ ਕਈ ਵੇਰਾਂ ਸਰਵਣ ਕੀਤੇ ਨੇ ਕਿ ਜਦੋਂ ਧੰਨ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬੀਬੀ ਭਾਨੀ ਜੀ ਦੇ ਨਾਲ ਆਨੰਦ ਹੋਇਆ, ਕਾਰਜ ਹੋਇਆ, ਉਸ ਵੇਲੇ ਜਦੋਂ ਧੰਨ ਗੁਰੂ ਰਾਮਦਾਸ ਜੀ ਖਾਰੇ ਦੀ ਰਸਮ 'ਤੇ ਬੈਠੇ ਨੇ ਤੇ ਧੰਨ ਗੁਰੂ ਅਮਰਦਾਸ ਜੀ ਨੇ ਉਸ ਵੇਲੇ ਇੱਕ ਬਚਨ ਕੀਤਾ ਆਪਣੇ ਦਾਮਾਦ ਨੂੰ, ਆਪਣੇ ਜਵਾਈ ਨੂੰ, ਕਿ ਜੋ ਕੁਝ ਮੰਗਣਾ ਚਾਹੁੰਦੇ ਹੋ ਮੰਗ ਲਓ। ਤੇ ਉਸ ਵੇਲੇ ਅਸੀਂ ਜਾਣਦੇ ਹਾਂ ਸਾਡੇ ਪਰਿਵਾਰਾਂ ਵਿੱਚ ਇਹ ਰਸਮ ਕਈ ਥਾਂ 'ਤੇ ਅਦਾ ਕੀਤੀ ਜਾਂਦੀ ਏ। ਨੌਜਵਾਨ ਬੱਚਾ ਜਿਹਦਾ ਆਨੰਦ ਕਾਰਜ ਹੋਵੇ ਉਹ ਖਾਰੇ ਚੜ੍ਹਦਾ, ਫਿਰ ਉਹਦਾ ਪਿਤਾ ਉਹਨੂੰ ਕੁਝ ਮੰਗਣ ਲਈ ਆਖਦਾ। ਅੱਜ ਕੱਲ੍ਹ ਕੋਈ ਕਾਰ ਮੰਗ ਲੈਂਦਾ, ਮੋਟਰਸਾਈਕਲ ਮੰਗ ਲੈਂਦਾ, ਮਾਇਆ ਮੰਗ ਲੈਂਦਾ, ਜਾਂ ਜਹਾਜ਼ ਦੀ ਟਿਕਟ ਮੰਗ ਲੈਂਦਾ। ਪਰ ਉਸ ਸਮੇਂ ਕਈ ਇਤਿਹਾਸਕਾਰ ਲਿਖਦੇ ਨੇ, ਜਦੋਂ ਸਤਿਗੁਰਾਂ ਨੇ ਤੀਜੇ ਪਾਤਸ਼ਾਹ ਨੇ ਖਾਰੇ ਦੀ ਰਸਮ ਵੇਲੇ ਧੰਨ ਗੁਰੂ ਰਾਮਦਾਸ ਜੀ ਨੂੰ ਇਹ ਬਚਨ ਕੀਤਾ, ਕੁਝ ਮੰਗ ਲਓ,
ਤੇ ਉਸ ਵੇਲੇ ਉਹਨਾਂ ਨੇ ਕੋਈ ਦੁਨਿਆਵੀ ਪਦਾਰਥ ਨਹੀਂ ਮੰਗਿਆ, ਕੋਈ ਧਨ ਨਹੀਂ ਮੰਗਿਆ, ਕੋਈ ਵਸਤੂ ਨਹੀਂ ਮੰਗੀ, ਕੋਈ ਸ਼ੈ ਨਹੀਂ ਮੰਗੀ। ਉਸ ਵੇਲੇ ਇਸ ਸ਼ਬਦ ਨੂੰ ਉਚਾਰ ਕੇ ਸਤਿਗੁਰਾਂ ਨੇ ਮੰਗਿਆ ਕਿ ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ, ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ, ਮੋਕੋ RAM ਨਾਮ ਪ੍ਰਗਾਸ। ਇਸ ਸਾਰੇ ਸ਼ਬਦ ਦੀ ਗੁਰੂ ਸਾਹਿਬ ਵਿਚਾਰ ਦੀ ਸੇਵਾ ਲੈਣ, ਪਰ ਦਾਸ ਆਪਣੀ ਤੁੱਛ ਬੁੱਧੀ ਦੇ ਅਨੁਸਾਰ ਇੱਕ ਬੇਨਤੀ ਕਰਕੇ ਅੱਗੇ ਲੰਘਣ ਦਾ ਯਤਨ ਕਰੇ। ਇਤਿਹਾਸਕ ਪੱਖੋਂ ਤੇ ਗੁਰਮਤ ਪੱਖੋਂ ਇਹ ਸਾਖੀ ਇਸ ਸ਼ਬਦ ਨਾਲ ਨਹੀਂ ਢੁਕਦੀ। ਕਿਉਂ? ਕਿਉਂਕਿ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਨ 1552 ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਤੇ 1553 ਦੇ ਵਿੱਚ ਭਾਈ ਜੇਠਾ ਜੀ ਦਾ ਆਨੰਦ ਬੀਬੀ ਭਾਨੀ ਜੀ ਦੇ ਨਾਲ ਹੁੰਦਾ ਹੈ। ਇਹ ਇਤਿਹਾਸਕ ਪੱਖ ਨੇ। 1552 ਦੇ ਵਿੱਚ ਮੇਰੇ ਸਾਹਿਬੇ ਕਮਾਲ ਤੀਜੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਤੇ ਸੁਭਾਏਮਾਨ ਕਰਦੇ ਨੇ ਤੇ 1553 ਦੇ ਵਿੱਚ ਭਾਈ ਜੇਠਾ ਜੀ ਦਾ ਆਨੰਦ ਬੀਬੀ ਭਾਨੀ ਜੀ ਦੇ ਨਾਲ ਹੁੰਦਾ ਹੈ ਤੇ 21 ਸਾਲਾਂ ਤੋਂ ਬਾਅਦ ਸਨ 1574 ਭਾਈ ਜੇਠਾ ਜੀ ਗੁਰੂ ਰਾਮਦਾਸ ਥਾਪੇ ਗਏ ਨੇ। 1574 ਜਦੋਂ ਤੀਜੇ ਪਾਤਸ਼ਾਹ ਨੇ ਭਾਈ ਜੇਠਾ ਜੀ ਨੂੰ ਗੁਰੂ ਨਾਨਕ ਦੀ ਵਰੋਸਾਈ ਹੋਈ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ, ਬਾਬਾ ਬੁੱਢਾ ਜੀ ਨੇ ਹੱਥੀਂ ਤਿਲਕ ਲਾਇਆ। ਉਹ ਸਮਾਂ ਇਤਿਹਾਸ ਅਨੁਸਾਰ 1574 ਦਾ ਸਮਾਂ। ਭਾਈ ਜੇਠਾ ਜੀ ਦੇ ਵਿਆਹ ਤੋਂ 21 ਸਾਲਾਂ ਬਾਅਦ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ ਤੇ ਜੋ ਬਚਪਨ ਦਾ ਨਾਂ ਭਾਈ ਜੇਠਾ ਹੁਣ ਗੁਰੂ ਰਾਮਦਾਸ ਜੀ ਦੇ ਰੂਪ ਦੇ ਵਿੱਚ ਤਖਤ ਤੇ ਬਿਰਾਜਮਾਨ ਹੋਏ ਨੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਸਤ ਸੰਗਿਓ, ਜਦੋਂ ਤੱਕ ਗੁਰੂ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਨਹੀਂ ਹੋਏ ਤਾਂ ਤੱਕ ਨਾਨਕ ਪਦ ਲਾਣ ਦਾ ਹੁਕਮ ਕਿਸੇ ਨੂੰ ਨਹੀਂ। ਆ ਜਿਹੜਾ ਗੁਰਬਾਣੀ ਪੜ੍ਹਦੇ ਆ ਨਾ, ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਇਹ ਬਚਨ ਤੀਜੇ ਪਾਤਸ਼ਾਹ ਦੇ ਨੇ, ਧੰਨ ਗੁਰੂ ਅਮਰਦਾਸ ਜੀ ਨੇ। ਜੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪ ਆਖਦੇ ਨੇ, ਬਚਨ ਕਰਦੇ ਨੇ ਕਿ ਸਤਿਗੁਰਾਂ ਤੋਂ ਬਿਨਾ ਬਾਕੀ ਕਿਸੇ ਦੀ ਉਚਾਰੀ ਹੋਈ ਬਾਣੀ ਕੱਚੀ ਬਾਣੀ ਹੈ। ਉਹ ਕਿਸ ਤਰ੍ਹਾਂ ਇਸ ਗੱਲ ਦੀ ਪ੍ਰੋੜਤਾ ਕਰ ਸਕਦੇ ਨੇ ਕਿ ਅਜੇ ਭਾਈ ਜੇਠਾ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਹੋਏ ਤੇ ਇਹ ਸ਼ਬਦ ਆਪਣੇ ਆਨੰਦ ਵੇਲੇ, ਖਾਰੇ ਦੀ ਰਸਮ ਵੇਲੇ ਇਹ ਸ਼ਬਦ ਉਚਾਰਿਆ ਹੋਵੇ। ਇਹ ਇਤਿਹਾਸਕ ਪੱਖੋਂ ਤੇ ਗੁਰਮਤ ਪੱਖੋਂ ਖਰਾ ਨਹੀਂ ਉਤਰਦਾ। ਇਹ ਬਚਨ ਮੇਰੇ ਧੰਨ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਜਦੋਂ ਗੁਰੂ ਨਾਨਕ ਸਾਹਿਬ ਦੀ ਜੋਤ ਟਿਕ ਗਈ ਨਾ ਚੌਥੇ ਪਾਤਸ਼ਾਹ ਵਿੱਚ, ਤਾਂ ਉਚਾਰਨ ਕੀਤੇ ਨੇ। ਇਸ ਕਰਕੇ ਇਤਿਹਾਸਕ ਪੱਖੋਂ ਇਹ ਸਾਖੀ ਖਰੀ ਨਹੀਂ ਉਤਰਦੀ, ਕਿਉਂਕਿ ਜਦੋਂ ਇਸ ਸ਼ਬਦ ਦੀ ਵਿਚਾਰ ਚੱਲ ਰਹੀ ਹੈ ਨਾ ਤੇ ਇੱਕ ਸਹਿਜ ਸੁਭਾਏ ਇਹ ਗੱਲ ਕਰਨੀ ਅਤ ਜ਼ਰੂਰੀ ਹੈ, ਕਿਉਂਕਿ ਇਸ ਸ਼ਬਦ ਦੇ ਨਾਲ ਕਈ ਵਿਚਾਰਵਾਨਾਂ ਨੇ ਇਹ ਸਾਖੀ ਜੋੜ ਦਿੱਤੀ। ਪਰ ਜਦੋਂ ਇਤਿਹਾਸਕ ਪੱਖੋਂ ਪੜ੍ਹੋ ਤੇ ਗੱਲ ਕੁਝ ਹੋਰ ਹੈ। ਇਸ ਕਰਕੇ ਦਾਸ ਨੇ 2-3 ਮਿੰਟ ਇਸ ਗੱਲ ਦੇ ਉੱਪਰ ਲਾਉਣੇ ਕੀਤੇ ਨੇ, ਤਾਂ ਜੇ ਸਾਡੇ ਹਿਰਦੇ ਵਿੱਚ ਜੇ ਕਿਸੇ ਪ੍ਰਕਾਰ ਦਾ ਕੋਈ ਭੁਲੇਖਾ ਹੋਵੇ, ਆਪਾਂ ਗੁਰੂ ਘਰ ਆਉਂਦੇ ਕਿਹਦੇ ਵਾਸਤੇ ਆ? ਸਾਡੇ ਅੰਦਰ ਦੇ ਭੁਲੇਖੇ ਮਿਟ ਜਾਣ,
ਸਾਡੇ ਅੰਦਰ ਦੀ ਦੁਚਿੱਤੀ ਮੁੱਕ ਜਾਵੇ, ਸਾਡੇ ਅੰਦਰ ਦੀ ਦੁਬਿਧਾ ਦਾ ਨਾਸ ਹੋ ਜਾਵੇ, ਸਾਡੇ ਅੰਦਰ ਦਾ ਕਨਫਿਊਜ਼ਨ ਖਤਮ ਹੋ ਜਾਵੇ। ਜੇ ਇੱਥੇ ਆ ਕੇ ਵੀ ਕਨਫਿਊਜ਼ਨ ਬਣਿਆ ਰਿਹਾ, ਫਿਰ ਇੱਥੇ ਆਉਣ ਦਾ ਕੀ ਲਾਭ ਹੋਇਆ? ਕਿਸੇ ਨੂੰ 104 ਡਿਗਰੀ ਬੁਖਾਰ ਚੜਿਆ ਹੋਵੇ, ਭੱਜਦੇ ਹੋਏ ਡਾਕਟਰ ਕੋਲ ਲੈ ਜਾਂਦੇ ਆ। ਡਾਕਟਰ ਸਾਹਿਬ ਨਬਜ਼ ਚੈੱਕ ਕਰਦੇ ਨੇ, ਆਪਣੇ ਢੰਗ ਨਾਲ ਸਾਰੇ ਟੈਸਟ ਕਰਾਉਂਦੇ ਨੇ, ਆਖਦੇ ਨੇ ਬੰਦਾ ਸੀਰੀਅਸ ਹੈ, ਇਹਨੂੰ ਹਸਪਤਾਲ ਦਾਖਲ ਕਰਾ ਦਿਓ। ਬੰਦੇ ਨੂੰ ਪਰਿਵਾਰ ਦੇ ਮੈਂਬਰ ਮਿਲ ਕੇ ਹਸਪਤਾਲ ਦਾਖਲ ਕਰਾ ਦਿੰਦੇ ਨੇ, ਬੜੇ ਟੀਕੇ ਲਾਏ ਜਾਂਦੇ ਨੇ, ਬੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ, ਬੜੇ ਗਲੂਕੋਜ਼ ਚੜਾਏ ਜਾਂਦੇ ਨੇ। ਹੁਣ ਜੇ ਹਫ਼ਤੇ ਬਾਅਦ ਜੇ ਬੰਦੇ ਨੂੰ ਪਰਿਵਾਰ ਦੇ ਮੈਂਬਰ ਘਰ ਲੈ ਕੇ ਜਾਣ ਵਾਪਸ, ਬੁਖਾਰ ਫਿਰ 104 ਡਿਗਰੀ ਹੋਵੇ, ਹਫ਼ਤਾ 6-7 ਦਿਨ ਉਸ ਬੰਦੇ ਨੂੰ ਹਸਪਤਾਲ ਦਾਖਲ ਕਰਾਉਣ ਦਾ ਕੀ ਲਾਭ ਹੋਇਆ? ਜੇ ਆਇਆ ਸੀ ਤੇ 104 ਬੁਖਾਰ ਸੀ, ਜੇ ਵਾਪਸ ਲੈ ਕੇ ਗਿਆ ਫਿਰ ਬੁਖਾਰ ਨਹੀਂ ਟੁੱਟਿਆ, ਹਸਪਤਾਲ ਆਉਣ ਦਾ ਕੋਈ ਫਾਇਦਾ ਨਹੀਂ। ਇਸੇ ਪ੍ਰਕਾਰ ਗੁਰੂ ਘਰ ਆਉਨੇ ਆ, ਗੁਰੂ ਦੇ ਸਕੂਲੇ ਆਉਨੇ ਆ, ਜੇ ਸਾਡੇ ਅੰਦਰ ਦੇ ਮਤ ਭੇਦ ਨਹੀਂ ਮੁੱਕੇ, ਸਾਡੇ ਅੰਦਰ ਦੀਆਂ ਦੁਚਿੱਤੀਆਂ ਦਾ ਨਾਸ ਨਹੀਂ ਹੋਇਆ, ਸਾਡੇ ਅੰਦਰ ਦਾ ਅਜੇ ਕਨਫਿਊਜ਼ਨ ਹੀ ਖਤਮ ਨਹੀਂ ਹੋਇਆ, ਤੇ ਆਪਾਂ ਗੁਰੂ ਘਰ ਕੀ ਕਰਨਾ ਹੈ? ਇਸ ਲਈ ਹਰ ਇੱਕ ਗੱਲ ਦੇ ਪਿੱਛੇ ਥੋੜੀ ਜਿਹੀ ਵਿਚਾਰ ਕਰਨੀ ਅਤ ਜ਼ਰੂਰੀ ਹੁੰਦੀ ਏ। ਗੁਰਦੇਵ ਪਿਤਾ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਬਚਨ ਕਰਦੇ ਨੇ, ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹੇ ਹਰੀ ਦੇ ਪਿਆਰੇ, ਪਰਮ ਪੁਰਖ ਪਰਮੇਸ਼ਵਰ ਦੇ ਦਰੋਂ ਘਰੋਂ ਵਰੋਸਾਏ, ਰੱਬ ਜੀ ਦੇ ਨਿਜ ਸਰੂਪ ਪੂਰਨ ਸਤਿਗੁਰੂ ਜੀ, ਹੇ ਨਿਰੰਕਾਰ ਸਰੂਪ ਦਾਤਾ ਜੀ, ਹੇ ਪੂਰਨ ਗੁਰਦੇਵ ਸਤਿਗੁਰੂ, ਕਿਰਪਾ ਕਰੋ, ਤੁਸੀਂ ਸਤਿਪੁਰਖ ਹੋ, ਤੁਸੀਂ ਦਿਆਲਤਾ ਦੇ ਸਾਗਰ ਹੋ, ਗਿਆਨ ਦਾ ਅਨੰਨ ਭੰਡਾਰ ਹੋ। ਹਰ ਕੇ ਜਨ ਸਤਿਪੁਰਖ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹੇ ਸਤਿਗੁਰੂ, ਤੁਹਾਡੇ ਚਰਨਾਂ ਦੇ ਵਿੱਚ ਦਾਸ ਬਿਨੋ ਕਰਦਾ ਹੈ, ਜੋਦੜੀ ਕਰਦਾ ਹੈ, ਅਰਦਾਸ ਕਰਦਾ ਹੈ, ਪ੍ਰੇ ਕਰਦਾ ਹੈ, ਬੇਨਤੀ ਕਰਦਾ ਹੈ, ਤੁਸੀਂ ਕਿਰਪਾ ਕਰਕੇ ਦਾਸ ਦੀ ਬੇਨਤੀ ਪ੍ਰਵਾਨ ਕਰੋ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ਼। ਇਸ ਪਰਮਾਤਮਾ ਦੀ ਸਾਜੀ ਹੋਈ ਕੁਦਰਤ ਦੇ ਵਿੱਚ, ਉਸ ਕਾਦਰ ਦੀ ਕਿਰਤ ਦੇ ਵਿੱਚ ਜੇ ਅਸੀਂ ਆਪਣੇ ਆਪ ਨੂੰ ਵੇਖੀਏ, ਅਸੀਂ ਕਿਸੇ ਜੋਗੇ ਨਹੀਂ, ਸਾਡੀ ਕੋਈ ਥਾਂ ਨਹੀਂ। ਉਹ ਗੱਲ ਵੱਖਰੇ ਹੈ, ਬੰਦਾ ਆਪਣੇ ਆਪ ਨੂੰ ਬੜਾ ਕੁਝ ਸਮਝਦਾ ਹੈ, ਆਪਣੇ ਧਨ ਦੇ ਹੰਕਾਰ ਵਿੱਚ, ਗਿਆਨ ਦੀ ਹਉਮੈ ਵਿੱਚ, ਰੂਪ ਮਦ ਦੇ ਵਿੱਚ, ਸਰੀਰਕ ਤਾਕਤ ਦੇ ਵਿੱਚ, ਵੋਟਾਂ ਅਤੇ ਨੋਟਾਂ ਦੇ ਭਰਮ ਭੁਲੇਖੇ ਦੇ ਵਿੱਚ ਕਈ ਵਾਰ ਬੰਦਾ ਆਪਣੇ ਆਪ ਨੂੰ ਬਹੁਤ ਵੱਡਾ ਸਮਝ ਪੈਂਦਾ ਹੈ। ਪਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਜੋ ਆਪ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਨੇ, ਅੱਤ ਦੀ ਨਿਮਰਤਾ ਦਾ ਸਬੂਤ ਦਿੰਦੇ ਆ। ਮੈਂ ਹੈਰਾਨ ਹੁੰਦਾ, ਜਦੋਂ ਦਾਸ ਨੂੰ ਨਿੱਕੇ ਹੁੰਦਿਆਂ ਰਾਮਾਇਣ ਪੜ੍ਹਨ ਦਾ ਮੌਕਾ ਮਿਲਿਆ, ਕੁਰਾਨ ਪੜ੍ਹਨ ਦਾ ਮੌਕਾ ਮਿਲਿਆ, ਗੀਤਾ ਪੜ੍ਹਨ ਦਾ ਮੌਕਾ ਮਿਲਿਆ, ਦਾਸ ਨੇ ਜਦੋਂ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਧਰਮ ਗ੍ਰੰਥਾਂ ਨੂੰ ਵਾਚਿਆ, ਤੁਹਾਡੀ ਅਸੀਸ ਦੇ ਨਾਲ, ਤ੍ਰੇਤੇ ਦੇ ਅਵਤਾਰ ਸ੍ਰੀ ਰਾਮਚੰਦਰ ਜੀ ਦਾ ਅਨੰਤ ਸੇਵਕ ਹੋਇਆ ਹਨੂਮਾਨ, ਜਿਸ ਦੇ ਜ਼ਿਕਰ ਇਤਿਹਾਸ ਦੇ ਵਿੱਚ ਤੁਸੀਂ ਬਹੁਤ ਸੁਣੇ ਹੋਣਗੇ।
ਸੇਵਕ ਮੁਬਾਰਕ ਹੈ। ਸ੍ਰੀ ਰਾਮਚੰਦਰ ਜੀ ਦੇ ਪ੍ਰਤੀ ਉਸ ਹਨੂਮਾਨ ਸੇਵਕ ਨੇ ਜੋ ਰੱਜ ਕੇ ਸੇਵਾ ਕੀਤੀ, ਰੱਜ ਕੇ ਭਾਵਨਾ ਰੱਖੀ, ਉਹ ਕਹਿਣ ਤੇ ਕਥਨ ਤੋਂ ਬਾਹਰ ਹੈ। ਉਸ ਭਾਵਨਾ ਸਦਕਾ ਸਾਡੇ ਹਿੰਦੂ ਭਰਾ ਹਨੂਮਾਨ ਦੀ ਵੀ ਪੂਜਾ ਕਰਦੇ ਨੇ। ਜਦੋਂ ਸੀਤਾ ਹਰਨ ਹੋਇਆ, ਉਸ ਤੋਂ ਬਾਅਦ ਰਾਵਣ ਦੇ ਨਾਲ ਤ੍ਰੇਤੇ ਦੇ ਅਵਤਾਰ ਸ੍ਰੀ ਰਾਮਚੰਦਰ ਜੀ ਦਾ ਯੁੱਧ ਹੋਇਆ। ਇਸ ਸਾਰੇ ਐਪੀਸੋਡ ਦੇ ਵਿੱਚ, ਇਸ ਸਾਰੀ ਖੇਡ ਦੇ ਵਿੱਚ ਹਨੂਮਾਨ ਜੀ ਦਾ ਬੜਾ ਵੱਡਾ ਰੋਲ ਹੈ, ਤੁਸੀਂ ਸਾਰੇ ਜਾਣਦੇ ਹੋ। ਜਦੋਂ ਲੰਕਾਪਤੀ ਰਾਵਣ ਦਾ ਅੰਤ ਹੋ ਗਿਆ, ਸਭ ਕੁਝ ਠੀਕ ਠਾਕ ਹੋ ਗਿਆ, ਜਦੋਂ ਸ੍ਰੀ ਰਾਮਚੰਦਰ ਜੀ ਅਯੋਧਿਆ ਦੇ ਗੱਦੀ ਤੇ ਬੈਠੇ ਰਾਜਾ ਥਾਪੇ ਗਏ, ਦਸ਼ਰਥ ਜੀ ਤੋਂ ਬਾਅਦ ਵੱਡੇ ਪੁੱਤਰ ਹੋਣ ਦੇ ਨਾਤੇ ਤਿਲਕ ਲਾਇਆ ਗਿਆ, ਉਸ ਵੇਲੇ ਇਤਿਹਾਸ ਨੂੰ ਬਰੀਕ ਨਾਲ ਵਿਚਾਰੀਏ, ਧਿਆਨ ਨਾਲ ਪੜ੍ਹੀਏ, ਗੌਰ ਨਾਲ ਵਿਚਾਰੀਏ। ਜਿਸ ਹਨੂਮਾਨ ਨੇ ਸ੍ਰੀ ਰਾਮਚੰਦਰ ਜੀ ਦੀ ਰੱਜ ਕੇ ਸੇਵਾ ਕੀਤੀ, ਆਗਿਆ ਵਿੱਚ ਰਹੇ, ਜਦੋਂ ਰਾਜ ਕਰਨ ਦਾ ਸਮਾਂ ਆਇਆ, ਕਿਤੇ ਵੀ ਮੈਂ ਨਹੀਂ ਪੜ੍ਹਿਆ ਕਿ ਸ੍ਰੀ ਰਾਮਚੰਦਰ ਜੀ ਨੇ ਆਪਣੇ ਸੇਵਕ ਨੂੰ ਮਾਣ ਦਿੰਦਿਆਂ ਆਪਣੀ ਥਾਂ ਰਾਜ ਤੇ ਪਾ ਦਿੱਤਾ ਹੋਵੇ, ਕਿਤੇ ਵੀ ਨਹੀਂ ਪੜ੍ਹਿਆ। ਸੇਵਕ ਸੇਵਕ ਹੈ, ਉਸਤਾਦ ਉਸਤਾਦ ਹੈ। ਜਦੋਂ ਦੁਆਪਰ ਦੇ ਯੁੱਗ ਦੀ ਗੱਲ ਕਰੀਏ, ਜਦੋਂ ਗੀਤਾ ਦੀ ਗੱਲ ਕਰੀਏ, ਮੁਬਾਰਕ ਹੈ ਗੀਤਾ, ਬਹੁਤ ਚੰਗਾ ਸੁੰਦਰ ਸ਼ਾਸਤਰ ਹੈ, ਹਿੰਦੂ ਵੀਰਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਪਰ ਜਦੋਂ ਸਮੇਂ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਦੀ ਗੱਲ ਕਰਦੇ ਆ, ਸ਼੍ਰੀ ਕ੍ਰਿਸ਼ਨ ਜੀ ਦਾ ਆਨੰਦ ਸੇਵਕ ਹੋਇਆ ਅਰਜਨ। ਜਦੋਂ ਅਰਜਨ ਨੂੰ ਕੁਰਸ਼ੇਤਰ ਦੇ ਮੈਦਾਨ ਦੇ ਵਿੱਚ, ਜੰਗ ਦੇ ਮੈਦਾਨ ਦੇ ਵਿੱਚ ਗੀਤਾ ਦਾ ਉਪਦੇਸ਼ ਦਿੱਤਾ, ਉਸ ਵੇਲੇ ਅਹਮ ਬ੍ਰਹਮਾਸਮੀ ਕਹਿ ਕੇ, ਮੈਂ ਰੱਬ ਹਾਂ, ਮੈਂ ਬ੍ਰਹਮ ਹਾਂ, ਆਈ ਐਮ ਦਾ ਗੋਡ ਕਹਿ ਕੇ ਸੇਵਕ ਦਾ ਤੇ ਅਵਤਾਰ ਦਾ ਅੰਤਰ ਬਣਾ ਕੇ ਰੱਖਿਆ। ਪਰ ਮੈਂ ਹੈਰਾਨ ਹੋਣਾ ਉਸ ਵੇਲੇ ਜਦੋਂ ਸਿੱਖੀ ਦਾ ਇਤਿਹਾਸ ਪੜ੍ਹਨਾ, ਗੁਰੂ ਸਾਹਿਬ ਦਾ ਇਤਿਹਾਸ ਪੜ੍ਹਨਾ, ਕਿਸੇ ਸਮੇਂ ਦੇ ਅਵਤਾਰ ਨੇ ਆਪਣੇ ਲਈ ਬੇਤਾਲਾ ਲਫ਼ਜ਼ ਨਹੀਂ ਵਰਤਿਆ, ਦੀਵਾਨਾ ਲਫ਼ਜ਼ ਨਹੀਂ ਵਰਤਿਆ, ਮੂਰਖ ਲਫ਼ਜ਼ ਨਹੀਂ ਵਰਤਿਆ, ਕੂਕਰ ਲਫ਼ਜ਼ ਨਹੀਂ ਵਰਤਿਆ, ਗਰੀਬ ਲਫ਼ਜ਼ ਨਹੀਂ ਵਰਤਿਆ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹਾਈ ਕਰੋ ਤੇ ਸਤਿਗੁਰਾਂ ਨੇ ਬਾਰ-ਬਾਰ ਆਪਣੇ ਲਈ ਲਫ਼ਜ਼ ਕਿਹੜੇ ਵਰਤੇ ਨੇ? ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਓ ਵਡਿਆਈ। ਅੱਤ ਦੀ ਨਿਮਰਤਾ। ਜੇ ਕਿਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗੌਰ ਨਾਲ ਵਿਚਾਰੀਏ, ਸਤਿਗੁਰਾਂ ਦੀ ਬਾਣੀ ਦੇ ਲਫ਼ਜ਼ ਪੜੋ, ਕੋਈ ਆਖੇ ਭੂਤਨਾ ਕੋ ਕਹੈ ਬੇਤਾਲਾ। ਇਹ ਲਫ਼ਜ਼ ਕਿਸੇ ਅਵਤਾਰ ਨੇ ਆਪਣੇ ਲਈ ਨਹੀਂ ਵਰਤੇ। ਗੁਰੂ ਨਾਨਕ ਸਾਹਿਬ ਨੇ ਨਿਮਰਤਾ ਦੀ ਹੱਦ ਕਰਕੇ ਵਿਖਾ ਦਿੱਤੀ, ਅੱਤ ਦੀ ਗਰੀਬੀ ਜੀਵਨ ਵਿੱਚ ਕਮਾਉਣੀ ਸਿਖਾਈ। ਚੌਥੇ ਪਾਤਸ਼ਾਹ ਜੋ ਆਪ ਗੁਰੂ ਨਾਨਕ ਦਾ ਸਰੂਪ ਨੇ ਤੇ ਆਪਣੇ ਲਈ ਲਫ਼ਜ਼ ਕੀ ਵਰਤ ਰਹੇ ਨੇ? ਹਮ ਕੀੜੇ ਕਿਰਮ ਸਤਿਗੁਰ ਸਰਣਾਈ। ਇੱਕ ਬੇਨਤੀ ਕਰਾਂ, ਇੱਕ ਹੁੰਦੇ ਨੇ ਕੀੜੇ। ਆਮ ਅਸੀਂ ਕਈ ਕੀੜੇ ਪਤੰਗੇ ਉੱਡਦਿਆਂ ਵੇਖਦੇ ਹਾਂ, ਕਈ ਕੀੜੇ ਧਰਤੀ ਤੇ ਟੁਰਦਿਆਂ ਵੇਖਦੇ ਹਾਂ, ਪਰ ਕਿਰਮ ਹੁੰਦੇ ਨੇ ਜੋ ਵਿਸ਼ਟਾ ਦੇ ਵਿੱਚ ਹੁੰਦੇ ਨੇ, ਵਿਸ਼ਟਾ ਵਿੱਚੋਂ ਆਪ ਪੈਦਾ ਹੁੰਦੇ ਨੇ, ਜਿਨ੍ਹਾਂ ਨੂੰ ਕਦੇ ਵੇਖਣ ਦਾ ਵੀ ਚਿੱਤ ਨਹੀਂ ਕਰਦਾ, ਹੱਥ ਲਾਣਾ ਤੇ ਦੂਰ ਦੀ ਗੱਲ ਹੈ। ਸਤਿਗੁਰਾਂ ਨੇ ਆਪਣੇ ਲਈ ਲਫ਼ਜ਼ ਕੀ ਵਰਤਿਆ? ਅੱਜ ਦੇ ਸਿੱਖ ਨੇ ਜੇ ਕਿਤੇ ਨਿਮਰਤਾ ਸਿੱਖਣੀ ਹੋਵੇ ਨਾ, ਹੱਥ ਜੋੜ ਕੇ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਜੀ ਦਾ ਜੀਵਨ ਬਾਰ-ਬਾਰ ਪੜ੍ਹਿਆ ਕਰੋ, ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਬਾਰ-ਬਾਰ ਪੜ੍ਹਿਆ ਕਰੋ। ਬਾਣੀ ਸਭ ਇੱਕੋ ਜਿਹੀ ਹੈ, ਕੋਈ ਫਰਕ ਨਹੀਂ। ਸਤ ਸੰਗੀਓ, ਅਸੀਂ ਆਪਣੇ ਲਈ ਕੋਈ ਐਸਾ ਲਫ਼ਜ਼ ਨਹੀਂ ਵਰਤਦੇ ਜੋ ਲਫ਼ਜ਼ ਸ਼ਾਨ ਦੇ ਖਿਲਾਫ ਹੋਵੇ, ਪਰ ਆਪ ਨਿਰੰਕਾਰ ਦਾ ਸਰੂਪ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ ਕੌਣ ਨੇ?
राय सत्ते ते बलवंड कोलों पुछिए। धन धन रामदास गुर जिन सिरिया तिनै सवारिया, पूरी होई करामात आप सिरजन हारे धारिया। सिੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੜੇ ਤੁਧ ਸਭ ਪਰਵਾਰਿਆ। ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਤਾਂ ਮਨ ਸਧਾਰਿਆ। हे सच्चा पातशाह, तू ही गुरु नानक का स्वरूप है, तू ही धन गुरु अंगद देव जी का स्वरूप है, तू ही गुरु अमरदास जी का स्वरूप है। ते गुरु नानक कौन है? आप नारायण कला धार जग में परवरे हो। ਉਹ परिपूर्ण परमात्मा जिसने गुरु नानक का स्वरूप धार के कलयुगी जीवां नूं कलयुग ਦੀਆਂ ठगियां ठगौरियां तो बचाउण दी खातर इस संसार दे विच आवना कीता। इस संसार विच अवतार धारिया। उस गद्दी ते धन गुरु रामदास पिता जी बैठे ने ते अपने लिए लफज वरत रहे ने, हम कीरे किरम सतगुर सरणाई कर दया नाम प्रगास। हे सतगुरु, असी कीड़े आ, कीड़े तो भी निक्के आ, उन्हां तो भी निक्के आ, सब तो निक्के आ, विष्टा विच फैलन वाले किरम जनता, पर सच्चा पातशाह तेरी शरण विच आ गए, तेरी नज़र विच आ गए हैं। किरपा करी इन्हां कीड़ियां नूं रख लई। हम कीड़े किरम सतगुर शरणाई कर दया नाम प्रगास। एक बेनती करा, ये जिहड़ा दया लफज आया है ना, हो सकता है पिछले दिनी भी दास ने इस दी विचार आप दे चरनां विच रखण दा यतन कीता होवे, पर क्योंकि जदों लफज सामने आ जावे, दया ते नाम दा कुछ सुमेल है, इत्थे गल करनी अत जरूरी है। सत संगियो, दया लफज असी जिंदगी विच निता प्रति कई बारी बोलते हैं। दया लफज सुनते भी बहुत वारी हैं, पढ़ते भी बहुत वारी हैं। कदे हिंदी दे दो लफज अपनियां अखां दे सामने लिखो, दया हिंदी दा दा, फिर या ते या दे नाल आ दी मात्रा हिंदी दे विच सारियां ने लिख लिया जी। हुण जदों तुसीं अपनियां अखां दे अगे हिंदी विच दया लिखिया, हुण इन्हां दो अखरां नूं पुठियां पढ़ो, की बनदा है? याद। एक गल दा ध्यान रखियो, जिस हिरदे विच दया होएगी उसे हिरदे विच याद टिकेगी। एवें गल नहीं बनेगी। भावें 68 तीर्थां दे पाउंदा रहो, भावें जंगलां बेलियां विच जाके भटकदा रहो, भावें भुखा रहण दा यतन कर, भावें पौणाहारी हो जा, भावें जलाहारी हो जा, भावें दुधाधारी हो जा, भावें वर्त रख, भावें रुंडन मुंडन करा लै, भावें जटावां रख लै, जदों तक जीवन विच दया शामिल नहीं हुई, उस जीवन विच परमात्मा की याद नहीं टिकेगी। सतगुरु बचन करते हैं, 68 तीरथ सगल पुन जी दया प्रवान। 68 तीर्थां का इशनान एक पासे, किसे एक जी ते भावना दे नाल दया कर दे, किसे लोड़वंद की लोड़ पूरी कर दे, बाबा जी कहते गुरु नानक के घर विच बख्शिया जाएगा। इत्थे सतगुरां ने बचन किया, कर दया नाम प्रगास। पहला दया मंगी, फिर नाम की दात मंगी। सिख नूं मेरे चौथे पातशाह की समझाउणा चाहुंदे ने? सिखा, नाम की जाचना करन तो पहला गुरु नानक दे घरों दया की मंग लई। जे दया पल्ले ना हुई, गुरु नानक दे घरों बख्शिया होया नाम तेरे अंदर भांडे विच टिकेगा नहीं। दया दे भांडे विच नाम टिकदा है। जिथे दया होएगी उत्थे धर्म होएगा। मेरे सतगुरां दे बचन ने, धौल धर्म दया का पूत। धर्म दया का पुत्र है,
ਜੇ ਇਹਦੇ ਮਾਂ ਦਾ ਜਨਮ ਹੀ ਨਹੀਂ ਹੋਇਆ, ਪੁੱਤਰ ਦਾ ਜਨਮ ਕਿੱਥੋਂ ਹੋਏਗਾ? ਇਹ ਕੁਦਰਤ ਦਾ ਨਿਯਮ ਹੈ। ਜੇ ਮਾਂ ਨੇ ਜਨਮ ਨਹੀਂ ਲਿਆ, ਜੇ ਦਇਆ ਦਾ ਜਨਮ ਹਿਰਦੇ ਵਿੱਚ ਨਹੀਂ ਹੋਇਆ, ਜੀਵਨ ਵਿੱਚ ਨਹੀਂ ਹੋਇਆ, ਜੇ ਅਜੇ ਜੀਵਨ ਵਿੱਚ ਦਇਆ ਹੀ ਪ੍ਰਗਟ ਨਹੀਂ ਹੋਈ, ਧਰਮ ਪੈਦਾ ਨਹੀਂ ਹੋਇਆ। ਮੇਰੇ 10ਵੇਂ ਪਾਤਸ਼ਾਹ ਦੀ ਖੇਡ ਵੇਖ ਲਓ। ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮੇਰੇ ਪਾਤਸ਼ਾਹ ਨੇ ਹੱਥ ਦੇ ਵਿੱਚ ਸ਼ਮਸ਼ੀਰ ਫੜੀ ਹੈ। ਹਜ਼ਾਰਾਂ ਦੇ ਇਕੱਠ ਦੇ ਵਿੱਚ ਪੁਕਾਰਦੇ ਨੇ, ਅੱਜ ਮੈਂ ਖਾਲਸੇ ਦੀ ਸਿਰਜਣਾ ਕਰਨੀ ਹੈ। ਖਾਲਸੇ ਦੀ ਸਿਰਜਣਾ ਕਰਨ ਲਈ ਮੈਨੂੰ ਇੱਕ ਸਿਰ ਦੀ ਲੋੜ ਹੈ। ਤੇ ਖਾਲਸੇ ਦੀ ਸਿਰਜਣਾ ਕਰਨ ਵੇਲੇ, ਇੱਕ ਨਿਰਮਲ ਪੰਥ ਦੀ ਨੀਂਹ ਰੱਖਣ ਵੇਲੇ ਸਭ ਤੋਂ ਪਹਿਲਾਂ ਕੌਣ ਪ੍ਰਗਟ ਹੋਇਆ? ਭਾਈ ਦਇਆ ਸਿੰਘ। ਗੁਰੂ ਨਾਨਕ ਦੀ ਫਿਲਾਸਫੀ, ਪਹਿਲਾਂ ਦਇਆ, ਫੇਰ ਧਰਮ। ਤੇ ਕਲਗੀਧਰ ਪਾਤਸ਼ਾਹ ਜੀ ਕਿਉਂਕਿ ਜੋਤ ਇੱਕ ਹੈ। ਕਈ ਆਖਦੇ ਅਸੀਂ 9 ਪਾਤਸ਼ਾਹੀਆਂ ਦੇ ਸਿੱਖ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨਹੀਂ। ਜੋ ਅੰਮ੍ਰਿਤ ਤੋਂ ਬਚਣਾ ਚਾਹੁੰਦੇ ਨੇ, ਸੱਚ ਜਾਣਨਾ, ਆਪਣੇ ਨਾਲ ਬੇਈਮਾਨੀ ਕਰ ਰਹੇ ਨੇ। ਜਿਹੜੇ ਆਖਦੇ ਨੇ ਅਸੀਂ 9 ਪਾਤਸ਼ਾਹੀਆਂ ਦੇ ਸਿੱਖ ਹਾਂ, 10ਵੀਂ ਪਾਤਸ਼ਾਹੀ ਦੇ ਸਿੱਖ ਨਹੀਂ। ਅੰਮ੍ਰਿਤ 10ਵੀਂ ਪਾਤਸ਼ਾਹੀ ਨੇ ਨਹੀਂ ਛਕਾਇਆ, ਅੰਮ੍ਰਿਤ ਤਾਂ ਪਹਿਲੀ ਪਾਤਸ਼ਾਹੀ ਨੇ ਛਕਣ ਦਾ ਹੁਕਮ ਕਰਤਾ। ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ ਤਾਂ ਸਹੀ, ਵਿਚਾਰੀਏ ਤਾਂ ਸਹੀ। 9 ਪਾਤਸ਼ਾਹੀਆਂ ਨੇ ਤੇ ਪਹਿਲਾਂ ਭਾਂਡੇ ਨੂੰ ਸੁੱਚਾ ਕੀਤਾ, ਤੇ 10ਵੀਂ ਪਾਤਸ਼ਾਹੀ ਨੇ ਉਹਦੇ ਵਿੱਚ ਅੰਮ੍ਰਿਤ ਟਿਕਾ ਦਿੱਤਾ। ਸਤਿ ਸ਼੍ਰੀ ਅਕਾਲ। ਜੇ ਸਤਿਗੁਰਾਂ ਨੇ ਸ਼ਮਸ਼ੀਰ ਹੱਥ ਵਿੱਚ ਫੜ ਕੇ ਸੀਸ ਮੰਗਿਆ, ਪਹਿਲਾਂ ਦਇਆ ਆਈ ਏ, ਫੇਰ ਧਰਮ ਪ੍ਰਗਟ ਹੋਇਆ। ਮੇਰਾ ਬਾਬਾ ਨਾਨਕ ਵੀ ਤਾਂ ਸਾਨੂੰ ਇਹ ਗੱਲ ਸਮਝਾਉਣੀ ਕਰਦਾ, ਜੋ ਗੱਲ ਚੌਥੇ ਪਾਤਸ਼ਾਹ ਸਮਝਾ ਰਹੇ ਨੇ। ਕਰ ਦਇਆ ਨਾਮ ਪ੍ਰਗਾਸ, ਪਹਿਲਾਂ ਦਇਆ ਦੀ ਦਾਤ ਬਖਸ਼, ਫੇਰ ਅੰਦਰ ਨਾਮ ਦਾ ਪ੍ਰਕਾਸ਼ ਕਰ। ਕਿਉਂਕਿ ਦਇਆ ਰੂਪੀ ਭਾਂਡਾ ਜੇ ਸੁੱਚਾ ਅੰਦਰ ਟਿਕ ਜਾਏਗਾ ਤੇ ਉਹ ਤੇਰਾ ਬਖਸ਼ਿਆ ਹੋਇਆ ਨਾਮ, ਤੇਰੀ ਬਖਸ਼ੀ ਹੋਈ ਦਾਤ ਸਦਾ ਲਈ ਸੰਭਾਲੀ ਜਾਏਗੀ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ